ਕਮੇਟੀ ਬਣਾਈ ਤਾਂ ਇਸ ਤੇ ਸਿਆਸਤ ਵੀ ਗਰਮਾਈ ਹੋਈ ਹੈ। ਜਿਵੇਂ 2020 ਦੇ ਵਿੱਚ ਖੇਤੀ ਕਾਨੂੰਨ ਲਿਆਉਣ ਦੇ ਉੱਤੇ ਸਿਆਸਤ ਹੋ ਰਹੀ ਸੀ, ਉਸ ਤਰੀਕੇ ਨਾਲ ਵੀ ਹੁਣ ਵੀ ਹੋ ਰਹੀ ਹੈ। ਉਸੇ ਤਰ੍ਹਾਂ ਵਿਰੋਧੀਆਂ ਨੇ ਕੇਂਦਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਜਿਵੇਂ ਜੂਨ 2020 ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਆਰਡੀਨੈਂਸ ਲਿਆਉਣ ਤੋਂ ਬਾਅਦ ਘੇਰਿਆ ਸੀ। ਆਮ ਆਦਮੀ ਪਾਰਟੀ ਨੇ ਇਸ ਕਮੇਟੀ ਨੂੰ ਪੰਜਾਬ ਵਿਰੋਧੀ ਦੱਸ ਦਿੱਤਾ, ਪੰਜਾਬ ਦਾ ਅਪਮਾਨ ਦੱਸਿਆ। ਕਾਂਗਰਸ ਨੇ ਵੀ ਇਸ ਦਾ ਵਿਰੋਧ ਕਰਦਿਆਂ ਟਵੀਟ ਕੀਤਾ ਤੇ ਲਿਖਿਆ ਕਿ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਕੇਂਦਰ ਦੀ ਹਾਲ ਹੀ ਦੇ ਵਿੱਚ ਗਠਿਤ ਕੀਤੀ ਗਈ ਕਮੇਟੀ ਇੱਕ ਧੋਖਾ ਹੈ। ਕਿਸਾਨ ਭਾਈਚਾਰੇ ਦੀ ਮੁੱਖ ਮੰਗ ਐਮਐਸਪੀ ਦੀ ਗਾਰੰਟੀ ਹੈ, ਪਰ ਸ਼ਰਤਾਂ ਕਿਤੇ ਵੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਜ਼ਿਕਰ ਨਹੀਂ ਕਰਦੀਆਂ। ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। पंजाब, जिसे फूड बोल ऑफ इंडिया कहा जाता है, हरित क्रांति की धरती कहा जाता है, पंजाब जो पूरे देश का पेट भरता है, उस पंजाब को इस कमेटी में प्रतिनिधित्व नहीं मिला, रिप्रेजेंटेशन नहीं मिला। ਵਿਰੋਧੀਆਂ ਦੇ ਸਵਾਲਾਂ 'ਚ ਕੇਂਦਰ ਸਰਕਾਰ ਹੈ, ਜਿਸ ਤੇ ਖੇਤੀਬਾੜੀ ਮੰਤਰੀ ਨੇ ਵੀ ਮੋੜਵਾਂ ਜਵਾਬ ਦਿੱਤਾ ਅਤੇ ਵਿਰੋਧੀਆਂ ਨੂੰ ਕਿਸਾਨ ਵਿਰੋਧੀ ਦੱਸ ਦਿੱਤਾ। विपक्ष की रुचि किसानों की और आम जन की समस्याओं में नहीं है। विपक्ष की रुचि सिर्फ राजनीति करके विकास और जन कल्याण को रोकने की है। ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋਏ ਉਸ ਵੇਲੇ ਤੱਕ ਵਿਰੋਧੀਆਂ ਨੇ ਕੇਂਦਰ ਨੂੰ ਘੇਰਿਆ, ਪਰ ਹੁਣ ਜਦੋਂ ਕਮੇਟੀ ਬਣੀ ਤਾਂ ਵਿਰੋਧੀ ਕਿਸਾਨੀ ਮਸਲੇ ਤੇ ਇੱਕ ਵਾਰ ਫਿਰ ਤੋਂ ਕੇਂਦਰ ਨੂੰ ਘੇਰਦੇ ਨਜ਼ਰ ਆ ਰਹੇ ਨੇ। ਤਾਂ ਸਿਆਸਤ ਤਾਂ ਖੂਬ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸਭ ਦੇ ਵਿਚਾਲੇ ਇੱਕ ਵੱਡੀ ਖਬਰ ਇਹ ਵੀ ਆਈ, ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰ ਸਰਕਾਰ ਇੱਕ ਵਾਰ ਮੁੜ ਤੋਂ ਆਮੋ ਸਾਹਮਣੇ ਹੈ। ਸੰਯੁਕਤ ਮੋਰਚੇ ਨੇ ਐਮਐਸਪੀ ਕਮੇਟੀ ਜੋ ਕੇਂਦਰ ਦੇ ਵੱਲੋਂ ਐਲਾਨੀ ਗਈ ਉਸ ਨੂੰ ਖਾਰਜ ਕਰ ਦਿੱਤਾ ਹੈ। ਇਹ ਵੀ ਦਿਨ ਦੀ ਵੱਡੀ ਖਬਰ ਹੈ। ਕੇਂਦਰ ਨੇ ਕਿਸਾਨ ਵਿਰੋਧੀ ਕਮੇਟੀ ਬਣਾਈ ਹੈ। ਇਸ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਮੇਟੀ ਦੇ ਵਿੱਚ ਕੋਈ ਵੀ ਨੁਮਾਇੰਦਾ ਸ਼ਾਮਿਲ ਨਹੀਂ ਹੈ। ਕਮੇਟੀ ਵਿੱਚ ਸਿਰਫ ਸਰਕਾਰ ਦੇ ਲੋਕ ਨੇ। ਇਹ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ। ਐਸਕੇਐਮ ਇਹ ਕਹਿ ਰਿਹਾ ਹੈ ਤਾਂ ਐਮਐਸਪੀ ਕਾਨੂੰਨ ਦੀ ਚਰਚਾ ਦੀ ਕੋਈ ਗੁੰਜਾਇਸ਼ ਨਹੀਂ ਹੈ। ਸਰਕਾਰ ਨੇ ਸਾਡੇ ਸਵਾਲਾਂ ਦਾ ਜਵਾਬ ਹੀ ਨਹੀਂ ਦਿੱਤਾ। ਦਰਅਸਲ ਜਦੋਂ ਕਿਸਾਨੀ ਅੰਦੋਲਨ ਛਿੜਿਆ ਤਾਂ ਉਸ ਅੰਦੋਲਨ ਦੇ ਦੌਰਾਨ ਜਿਹੜੇ ਮੰਗਾਂ ਸੀ, ਇੱਕ ਤਾਂ ਸੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਤੇ ਇਸ ਦੇ ਨਾਲ ਜਿਹੜੇ ਬਿਜਲੀ ਨੂੰ ਲੈ ਕੇ ਸੋਧ ਬਿੱਲ ਲਿਆਂਦੇ ਜਾ ਰਹੇ ਸੀ, ਆਰਡੀਨੈਂਸ ਲਿਆਂਦੇ ਜਾ ਰਹੇ ਸੀ, ਉਹਨਾਂ ਨੂੰ ਰੱਦ ਕਰਨ ਦੀ ਮੰਗ ਸੀ। ਤੇ ਇਸ ਤੋਂ ਸਭ ਤੋਂ ਅਹਿਮ ਸੀ ਐਮਐਸਪੀ ਦੇ ਉੱਤੇ ਗਾਰੰਟੀ, ਯਾਨੀ ਕਿ ਐਮਐਸਪੀ ਦੇ ਉੱਤੇ ਕਿਸਾਨਾਂ ਦੀ ਫਸਲ ਖਰੀਦੀ ਜਾਵੇ, ਇਸ ਗੱਲ ਦੀ ਗਾਰੰਟੀ ਦਿੱਤੀ ਜਾਵੇ। ਕਾਨੂੰਨੀ ਗਾਰੰਟੀ ਦੀ ਮੰਗ ਕਿਸਾਨ ਕਰ ਰਹੇ ਨੇ। ਤਾਂ ਇੱਕ ਕਮੇਟੀ ਬਣਾਉਣ ਦਾ ਜ਼ਿਕਰ ਹੋਇਆ ਸੀ ਕਿ ਕਮੇਟੀ ਬਣਾ ਦਿੱਤੀ ਜਾਵੇਗੀ। ਐਮਐਸਪੀ ਦੇ ਮੁੱਦੇ ਦੇ ਉੱਤੇ ਸਹਿਮਤੀ ਬਣੀ, ਉਸ ਤੋਂ ਬਾਅਦ ਅੰਦੋਲਨ ਖਤਮ ਕਰ ਦਿੱਤਾ ਗਿਆ। ਹੁਣ ਸਰਕਾਰ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੰਯੁਕਤ ਕਿਸਾਨ ਮੋਰਚੇ ਨੇ। ਸੰਯੁਕਤ ਕਿਸਾਨ ਮੋਰਚਾ ਜਿਹੜੇ ਤੱਥ ਕਹਿ ਰਿਹਾ ਹੈ, ਇੱਕ ਤਾਂ ਕਹਿ ਰਿਹਾ ਕਿ ਇਸ ਦੇ ਵਿੱਚ ਸਾਰੇ ਸਰਕਾਰ ਦੇ ਲੋਕ ਸ਼ਾਮਲ ਨੇ ਜਿਨ੍ਹਾਂ ਨੂੰ ਕਮੇਟੀ ਦੇ ਵਿੱਚ ਰੱਖ ਲਿਆ ਗਿਆ, ਤੇ ਦੂਜਾ ਐਸਕੇਐਮ ਦੇ ਆਗੂ ਇਹ ਵੀ ਬਿਆਨ ਜਾਰੀ ਕਰਕੇ ਕਹਿ ਰਹੇ ਨੇ ਕਿ ਕੋਈ ਵੀ ਗੁੰਜਾਇਸ਼ ਨਹੀਂ ਹੈ, ਕਿ ਚਰਚਾ ਐਮਐਸਪੀ ਦੇ ਉੱਤੇ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਇਸ ਕਰਕੇ ਜਿਹੜੇ ਐਸਕੇਐਮ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅਸੀਂ ਇਸ ਕਮੇਟੀ ਨੂੰ ਜੋ ਕੇਂਦਰ ਦੇ ਵੱਲੋਂ ਬਣਾਈ ਗਈ ਹੈ ਉਸ ਨੂੰ ਸਿਰੇ ਤੋਂ ਖਾਰਜ ਕਰ ਰਹੇ ਹਾਂ। ਖੈਰ, ਜਦੋਂ ਕੇਂਦਰ ਦੇ ਵੱਲੋਂ ਕਮੇਟੀ ਬਣਾਈ ਜਾਵੇ ਔਰ ਉਹ ਕਮੇਟੀ ਦੇ ਵਿੱਚ ਕਿਸਾਨ ਆਗੂ ਵੀ ਸ਼ਾਮਲ ਕਰਨ ਦੀ ਗੱਲ ਹੋਵੇ, ਪਰ ਜਿਸ ਮੋਰਚੇ ਦੇ ਵੱਲੋਂ ਮੰਗ ਸੀ ਉਸ ਮੋਰਚੇ ਦੇ ਵੱਲੋਂ ਕਮੇਟੀ ਨੂੰ ਸਿਰੇ ਤੋਂ ਖਾਰਜ ਹੀ ਕਰ ਦਿੱਤਾ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਤਾਂ ਕੇਂਦਰ ਦੇ ਵੱਲੋਂ ਐਮਐਸਪੀ ਨੂੰ ਲੈ ਕੇ ਕਮੇਟੀ ਬਣਾਈ ਗਈ ਹੈ ਤੇ ਇਸ ਕਮੇਟੀ ਦੇ ਵਿੱਚ ਪੰਜਾਬ, ਹਰਿਆਣਾ ਨੂੰ ਛੱਡ ਕਰਨਾਟਕਾ, ਆਂਧਰਾ ਪ੍ਰਦੇਸ਼, ਸਿੱਕਿਮ, ਓਡੀਸ਼ਾ ਦੇ ਸਰਕਾਰੀ ਨੁਮਾਇੰਦੇ ਵੀ ਸ਼ਾਮਲ। ਤੇ ਇਸ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ। ਸੰਜੇ ਅਗਰਵਾਲ ਉਹੀ ਨੇ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ। ਇਸ ਕਮੇਟੀ ਦੇ ਵਿੱਚ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਵੀ ਸ਼ਾਮਲ ਨੇ। 2 ਖੇਤੀਬਾੜੀ ਮਾਹਰ ਡਾਕਟਰ ਸੀਐਸਸੀ ਸ਼ੇਖਰ ਅਤੇ ਡਾਕਟਰ ਸੁਖਪਾਲ ਸਿੰਘ ਸ਼ਾਮਲ ਨੇ। ਕੌਮੀ ਪੁਰਸਕਾਰ ਜੇਤੂ ਕਿਸਾਨ ਭਾਰਤ ਭੂਸ਼ਣ ਤਿਆਗੀ, ਐਸਕੇਐਮ ਦੇ 3 ਮੈਂਬਰ ਇਸ ਦੇ ਵਿੱਚ ਸ਼ਾਮਲ ਹੋਣਗੇ। 3 ਦੇ ਨਾਮ ਅਜੇ ਪੈਂਡਿੰਗ ਨੇ। ਦੂਜੀਆਂ ਕਿਸਾਨ ਜਥੇਬੰਦੀਆਂ ਦੇ 5 ਮੈਂਬਰ ਨੇ। ਸੀਏਸੀਪੀ ਦੇ ਸੀਨੀਅਰ ਮੈਂਬਰ ਨਵੀਨ ਪੀ ਸਿੰਘ, ਖੇਤੀਬਾੜੀ ਯੂਨੀਵਰਸਿਟੀ ਸੰਸਥਾਵਾਂ ਦੇ 3 ਸੀਨੀਅਰ ਮੈਂਬਰ, ਕੇਂਦਰ ਸਰਕਾਰ ਦੇ 5 ਨੁਮਾਇੰਦੇ, ਕਰਨਾਟਕ, ਆਂਧਰਾ ਪ੍ਰਦੇਸ਼, ਸਿੱਕਿਮ, ਓਡੀਸ਼ਾ ਸਰਕਾਰ ਦੇ ਨੁਮਾਇੰਦੇ। ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਟਰੈਕਟਰ ਟਰਾਲੀਆਂ ਲੈ ਕੇ 26 ਨਵੰਬਰ 2020 ਨੂੰ ਦਿੱਲੀ ਦੀਆਂ ਹੱਦਾਂ ਦੇ ਵੱਲ ਗਿਆ ਸੀ ਤੇ 1 ਸਾਲ ਤੋਂ ਵੱਧ ਦੇ ਸਮੇਂ ਬਾਅਦ ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਕਿਸਾਨ ਪਰਤੇ ਸਨ ਤੇ ਉਸ ਸਮੇਂ ਕਿਸਾਨਾਂ ਨੇ ਐਮਐਸਪੀ ਤੇ ਗਾਰੰਟੀ ਕਾਨੂੰਨ ਬਣਾਉਣ ਦੀ ਵੀ ਮੰਗ ਚੁੱਕੀ ਹੋਈ ਸੀ। ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਕਿਸਾਨ ਅੰਦੋਲਨ ਦੀਆਂ ਵੀ ਦਿਖਾਈਆਂ ਜਦੋਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਸੀ।
ਖੈਰ ਹੁਣ ਐਮਐਸਪੀ ਕਮੇਟੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਅਗਲਾ ਕੀ ਐਕਸ਼ਨ ਉਲੀਕਦਾ ਉਸ ਦੇ ਉੱਤੇ ਨਜ਼ਰ ਰਹੇਗੀ। ਇਸੇ ਮੁੱਦੇ ਨਾਲ ਜੁੜਿਆ ਹੋਇਆ ਅੱਜ ਦਾ ਸਵਾਲ ਵੀ ਅਸੀਂ ਪੁੱਛ ਰਹੇ ਹਾਂ। ਹੁਣ ਵਾਰੀ ਸਾਡੇ ਅੱਜ ਦੇ ਸਵਾਲ ਦੀ ਹੈ। ਅੱਜ ਦਾ ਸਵਾਲ ਹੈ ਕਿ ਦੇਸ਼ ਦੇ ਵਿੱਚ ਪਹਿਲੀ ਵਾਰ ਐਮਐਸਪੀ ਦੇ ਉੱਤੇ ਖਰੀਦ ਕਦੋਂ ਹੋਈ? ਚਾਰ ਆਪਸ਼ਨ ਤੁਹਾਡੇ ਕੋਲ: A 1966-67 ਦੇ ਵਿੱਚ, B 1955-1956 ਦੇ ਵਿੱਚ, C 1949-1950 ਦੇ ਵਿੱਚ ਜਾਂ D 1976-1977 ਦੇ ਵਿੱਚ। ਚਾਰ ਆਪਸ਼ਨ ਤੁਹਾਨੂੰ ਦੇ ਰਹੇ ਹਾਂ ਕਿਉਂਕਿ ਐਮਐਸਪੀ ਨੂੰ ਲੈ ਕੇ ਹੀ ਇਸ ਸਮੇਂ ਇਸ ਕਮੇਟੀ ਦੀ ਚਰਚਾ ਹੈ ਔਰ ਇਸ ਕਮੇਟੀ ਨੂੰ ਲੈ ਕੇ ਜਿਹੜਾ ਇਤਰਾਜ਼ ਜਤਾਇਆ ਜਾ ਰਿਹਾ ਹੈ। ਤਾਂ ਇਸੇ ਕਰਕੇ ਐਮਐਸਪੀ ਦੇ ਨਾਲ ਜੁੜਿਆ ਅਸੀਂ ਅੱਜ ਦਾ ਸਵਾਲ ਪੁੱਛ ਰਹੇ ਹਾਂ ਕਿ ਦੇਸ਼ ਦੇ ਵਿੱਚ ਪਹਿਲੀ ਵਾਰ ਐਮਐਸਪੀ ਦੇ ਉੱਤੇ ਫਸਲ ਕਦੋਂ ਖਰੀਦੀ ਗਈ। ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕਦੋਂ ਖਰੀਦ ਹੋਈ, ਕਿਹੜੀ